सुनो। 12 ਨਵੰਬਰ 1890 ਈਸਵੀ ਨੂੰ ਦੀਵਾਲੀ ਸੀ। ਹਜੂਰ ਜੀ ਅੰਮ੍ਰਿਤਸਰ ਦੀਵਾਲੀ ਤੇ ਗਏ। ਘੰਟਾ ਘਰ ਕੋਲੋਂ ਲੰਘ ਗਏ। ਜਦੋਂ ਦਰਬਾਰ ਸਾਹਿਬ ਨੂੰ ਚੱਲੇ ਤਾਂ ਸਾਹਮਣਿਓਂ ਹਜੂਰ ਜੀ ਦਾ ਇੱਕ ਗੁਰੂ ਭਾਈ ਇੰਦਰ ਸਿੰਘ ਆਉਂਦਾ ਦਿਸਿਆ। ਦੋਵੇਂ ਗੁਰੂ ਭਾਈ ਬੜੇ ਪ੍ਰੇਮ ਨਾਲ ਮਿਲੇ ਤੇ ਸੁੱਖ ਸਾਂਦ ਪੁੱਛੀ। ਇੰਦਰ ਸਿੰਘ ਨੇ ਦੱਸਿਆ ਕਿ ਉਹ ਸਤਿਗੁਰਾਂ ਦਾ ਦਰਸ਼ਨ ਕਰਕੇ ਆ ਰਿਹਾ ਹੈ। ਚਾਚਾ ਦਾਨ ਸਿੰਘ ਜੀ ਅਤੇ ਚਾਚਾ ਜਿਉਣ ਸਿੰਘ ਜੀ ਵੀ ਪੈਨਸ਼ਨ ਲੈ ਕੇ ਪਿੰਡ ਆ ਗਏ ਹਨ। ਉਹਨਾਂ ਦੇ ਕਹਿਣ ਤੇ ਬਾਬਾ ਜੀ ਪੱਕੇ ਮਕਾਨ ਬਣਾ ਰਹੇ ਹਨ, ਕਿਉਂਕਿ ਪਹਿਲੇ ਕੱਚੇ ਮਕਾਨ ਖਰਾਬ ਹੋ ਚੁੱਕੇ ਸਨ। ਇੱਟਾਂ ਢਵਾਈਆਂ ਜਾ ਰਹੀਆਂ ਨੇ ਤੇ ਰਾਜ ਮਿਸਤਰੀ ਲੱਗੇ ਹੋਏ ਨੇ। ਸੰਗਤ ਸੇਵਾ ਕਰ ਰਹੀ ਹੈ। ਹਜੂਰ ਜੀ ਉਸ ਤੋਂ ਵਿਦਾ ਹੋ ਕੇ ਉਸੇ ਦਿਨ ਲੱਠ ਘੁਮਾਣ ਨੂੰ ਤੁਰ ਪਏ। ਜਾ ਕੇ ਸਤਿਗੁਰ ਜੀ ਦਾ ਦਰਸ਼ਨ ਕੀਤਾ, ਮੱਥਾ ਟੇਕਿਆ ਤੇ ਹੁਕਮ ਨਾਲ ਸੇਵਾ ਵਿੱਚ ਲੱਗ ਗਏ। 1 ਮਹੀਨੇ ਵਿੱਚ ਮਕਾਨ ਬਣ ਗਏ। ਬਾਬਾ ਜੀ ਨੇ ਹਜੂਰ ਜੀ ਨੂੰ ਛੁੱਟੀ ਦਿੱਤੀ ਅਤੇ ਹਜੂਰ ਜੀ ਹੁਕਮ ਅਨੁਸਾਰ ਵਾਪਸ ਚੁਸਲੇਵੜ ਆ ਗਏ। ਆਪ ਜੀ ਨੂੰ ਸਰਕਾਰ ਦਾ ਪੱਤਰ ਆਇਆ ਹੋਇਆ ਸੀ ਕਿ 10 ਜਨਵਰੀ 1891 ਈਸਵੀ ਨੂੰ ਮੁਲਤਾਨ ਛਾਉਣੀ ਹਾਜ਼ਰ ਹੋ ਜਾਓ। ਹਜੂਰ ਜੀ ਵੇਲੇ ਸਿਰ ਜਾ ਹਾਜ਼ਰ ਹੋਏ। 2 ਮਹੀਨੇ ਰਿਜ਼ਰਵ ਕੱਟ ਕੇ ਮਾਰਚ ਵਿੱਚ ਮੁੜਦੇ ਹੋਏ ਪਿੰਡ ਲੱਠ ਘੁਮਾਣ ਜਾ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਤੇ ਅਰਜ਼ ਕੀਤੀ, ਹਜੂਰ ਪਿੰਡ ਚੱਲ ਕੇ ਦਰਸ਼ਨ ਦਿਓ। ਬਾਬਾ ਜੀ ਨੇ ਫਰਮਾਇਆ, ਫਿਰ ਵੇਖੀ ਜਾਵੇਗੀ। ਤੀਸਰੇ ਦਿਨ ਹਜੂਰ ਜੀ ਨੂੰ ਪਿੰਡ ਜਾਣ ਦਾ ਹੁਕਮ ਹੋਇਆ। ਆਪ ਜੀ ਅੰਮ੍ਰਿਤਸਰ ਆ ਕੇ ਮਾਤਾ ਪਿਤਾ ਜੀ ਨੂੰ ਮਿਲੇ। 1 ਦਿਨ ਰਹਿ ਕੇ ਪਿੰਡ ਆਪਣੀ ਗੁਫਾ ਵਿੱਚ ਆ ਗਏ ਤੇ ਆਪਣੇ ਆਤਮ ਆਨੰਦ ਵਿੱਚ ਮਗਨ ਰਹਿਣ ਲੱਗੇ ਅਤੇ ਨਿਤ ਵਾਂਗ ਸਤਸੰਗ ਕਰਨ ਲੱਗੇ। 13 ਅਪ੍ਰੈਲ 1891 ਈਸਵੀ ਨੂੰ ਲੱਠ ਘੁਮਾਣ ਪੁੱਜ ਕੇ ਹਜੂਰ ਜੀ ਨੇ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਬਾਬਾ ਜੀ ਨੇ ਫਰਮਾਇਆ, ਬੱਗਾ ਸਿੰਘ ਬੜੀ ਛੇਤੀ ਆ ਗਿਆ ਹੈ। ਹਜੂਰ ਜੀ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ 11 ਅਪ੍ਰੈਲ ਨੂੰ ਪਿਤਾ ਜੀ ਚੋਲਾ ਛੱਡ ਗਏ ਹਨ। ਉਹਨਾਂ ਦੇ ਨਿਮਿਤ ਪਾਠ ਰਖਵਾਇਆ ਹੈ। ਕਿਰਪਾ ਕਰਕੇ ਸਭਰਾਵੀ ਦੇ ਭੋਗ ਉੱਤੇ ਦਰਸ਼ਨ ਦਿਓ। ਬਾਬਾ ਜੀ ਨੇ ਅਰਜ਼ ਮਨਜ਼ੂਰ ਕਰ ਲਈ। 21 ਅਪ੍ਰੈਲ 1891 ਈਸਵੀ ਨੂੰ ਬਾਬਾ ਜੀ ਨੇ ਦੂਜੀ ਵਾਰ ਚੁਸਰੇਵੜ ਆ ਦਰਸ਼ਨ ਦਿੱਤੇ। ਰੋਜ਼ ਦੁਪਹਿਰ ਅਤੇ ਰਾਤ ਨੂੰ ਸਤਸੰਗ ਹੋਣ ਲੱਗਾ। 27 ਅਪ੍ਰੈਲ ਨੂੰ ਪਾਠ ਦਾ ਭੋਗ ਪਿਆ। ਪ੍ਰਸ਼ਾਦ ਵੰਡਿਆ ਗਿਆ। ਸਾਰਾ ਚੜਾਵਾ, ਬਿਸਤਰਾ, ਮੰਜੀ, ਬਰਤਨ, ਕੱਪੜੇ ਗ੍ਰੰਥੀ ਨੂੰ ਦਿੱਤੇ ਗਏ ਤੇ ਲੰਗਰ ਰਾਤ ਤੱਕ ਚੱਲਦਾ ਰਿਹਾ। ਪਿੱਛੋਂ ਰਾਤ ਨੂੰ ਸਤਸੰਗ ਹੋਇਆ। ਬਾਬਾ ਜੀ ਨੇ ਚੰਗੀ ਤਰ੍ਹਾਂ ਖੋਲ ਕੇ ਜਗਤ ਦੀ ਨਾਸ਼ਵਾਨਤਾ ਪ੍ਰਗਟ ਕੀਤੀ। ਸਾਰੇ ਪਰਿਵਾਰ ਨੂੰ ਧੀਰਜ ਦਿੱਤੀ ਤੇ ਫਰਮਾਇਆ, ਭਲਕੇ ਸਵੇਰੇ ਅਸਾਂ ਜਾਣਾ ਹੈ। ਅਗਲੇ ਦਿਨ ਬਾਬਾ ਜੀ ਦੇ ਨਾਲ ਹਜੂਰ ਤਰਨ ਤੱਕ ਗਏ। ਬਾਬਾ ਜੀ ਨੂੰ ਟਾਂਗੇ ਤੇ ਚੜਾ ਕੇ ਉਹਨਾਂ ਦੇ ਹੁਕਮ ਨਾਲ ਹਜੂਰ ਜੀ ਪਿੰਡ ਮੁੜ ਆਏ ਅਤੇ ਫਿਰ ਗੁਫਾ ਵਿੱਚ ਆਤਮ ਆਨੰਦ ਵਿੱਚ ਮਗਨ ਰਹਿਣ ਲੱਗੇ। ਅਕਤੂਬਰ 1891 ਈਸਵੀ ਵਿੱਚ ਹਜੂਰ ਜੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਲੱਠ ਘੁਮਾਣ ਨੂੰ ਚੱਲ ਪਏ। ਜਦੋਂ ਪਿੰਡ ਲਿੱਦੜ ਰਾਤ ਨੂੰ ਪੁੱਜੇ ਤਾਂ ਭਾਈ ਮੰਗਲ ਸਿੰਘ ਨੇ ਆਪ ਜੀ ਨੂੰ ਦੱਸਿਆ, ਮੈਂ ਬਾਬਾ ਜੀ ਦੇ ਦਰਸ਼ਨਾਂ ਨੂੰ ਥੋੜੇ ਦਿਨ ਹੋਏ ਗਿਆ ਸਾਂ। ਹੁਣ ਬਾਬਾ ਜੀ ਪਿੰਡ ਬਲਸਰਾਂ ਦੀ ਜ਼ਮੀਨ ਵਿੱਚ ਦਰਿਆ ਦੇ ਕੰਢੇ ਕੁੱਲੀ ਪਾ ਕੇ ਰਹਿੰਦੇ ਹਨ। ਘਰ-ਬਾਰ ਭਰਾਵਾਂ ਦੇ ਹਵਾਲੇ ਕਰਕੇ ਇੱਥੇ ਆ ਟਿਕੇ ਨੇ। ਬਿਆਸ ਸਟੇਸ਼ਨ ਤੋਂ 3 ਮੀਲ ਦੀ ਵਿੱਥ ਹੋਵੇਗੀ। ਹਜੂਰ ਜੀ ਦੇ ਕਹਿਣ ਤੇ ਮੰਗਲ ਸਿੰਘ ਵੀ ਨਾਲ ਹੋ ਤੁਰਿਆ। ਜਾ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ ਤੇ ਮੱਥਾ ਟੇਕਿਆ। ਬਾਬਾ ਜੀ ਨੇ ਫਰਮਾਇਆ, ਸਾਨੂੰ ਆਇਆਂ ਨੂੰ ਥੋੜੇ ਦਿਨ ਹੋਏ ਨੇ। ਚੰਗਾ ਕੀਤਾ ਜੋ ਮੰਗਲ ਸਿੰਘ ਨੂੰ ਨਾਲ ਲੈ ਆਂਦਾ। ਦੋਵੇਂ ਰਾਤ ਰਹੇ। ਜ਼ਿਮੀਂਦਾਰੇ ਦਾ ਕੰਮ ਕਰਕੇ ਭਾਈ ਮੰਗਲ ਸਿੰਘ ਨੇ ਸਵੇਰੇ ਛੁੱਟੀ ਮੰਗ ਲਈ। ਬਾਬਾ ਜੀ ਨੇ ਹਜੂਰ ਜੀ ਨੂੰ ਵੀ ਨਾਲ ਹੀ ਛੁੱਟੀ ਦੇ ਦਿੱਤੀ। ਹਜੂਰ ਜੀ ਨੇ ਤੁਰਨ ਲੱਗਿਆਂ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ ਚੂਸਰੇਵੜ ਚੱਲ ਕੇ ਸੰਗਤ ਨੂੰ ਦਰਸ਼ਨ ਦਿਓ। ਤਾਂ ਬਾਬਾ ਜੀ ਨੇ ਫਰਮਾਇਆ, ਹੁਣ ਘਰੇਲੂ ਧੰਦਿਆਂ ਤੋਂ ਮੁਕਤ ਹਾਂ। ਜਦ ਮੌਜ ਹੋਵੇਗੀ ਆਪ ਹੀ ਆ ਜਾਵਾਂਗੇ, ਤੂੰ ਬੇਫਿਕਰ ਰਹਿ। ਹਜੂਰ ਜੀ ਮੱਥਾ ਟੇਕ ਕੇ ਵਾਪਸ ਆ ਗਏ। ਰਾਤ ਮੰਗਲ ਸਿੰਘ ਦੇ ਪਾਸ ਪਿੰਡ ਲਿੱਦੜ ਰਹੇ ਅਤੇ ਅਗਲੇ ਦਿਨ ਚੂਸਲੇਵੜ ਪਹੁੰਚ ਗਏ।
फरवरी 1892 ईस्वी विच एक दिन हजूर जी गुफा विच अपने आत्म आनंद विच मगन बैठे सन। शाम नूं 4 वजे का वेला सी। बाहरों आवाज़ आई, बग्गा सिंह दरवाज़ा खोलो। हजूर जी ने अपने सतगुर की आवाज़ पछाण लई। झट दरवाज़ा खोलिया ते वेख्या कि सामने बाबा जैमल सिंह जी महाराज खड़े हैं। तां चरनां ते डिग पे। बाबा जी ने बड़े खुश हो के मोढियां तो फड़ के उठाया, छाती नाल लाया ते फरमाया, शाबाश साधु विरती ऐसी ही चाहिदी है। बाबा जी गुफा दे अंदर गए। हजूर जी ने अपने पलंग दे पास बाबा जी वास्ते पलंग डाया होया सी, जिस ते बिस्तरा हर वेले पिया रहिंदा सी। झटपट बिस्तरा विछा के बाबा जी नूं बिठाया ते अर्ज कीती, आप आराम करो, मैं जल पानी ले आवां। बाबा जी ने जान दी आग्या दिती। हजूर जी बाबा संता सिंह जी दे घर गए। उन्हां दी पुत्री दयाली नूं कहा, सतगुर आए हन, उन्हां वास्ते दुध लिया ਅਤੇ फुलके की तैयारी भी छेती कर लैनी ਤਾਂ कि रात ਨੂੰ सत्संग तो पहला फुलका छकाया जा सके। हजूर जी जदों घर ਨੂੰ गए ਤਾਂ बाबा जी ने गुफा ਨੂੰ चंगी तरह वेख्या। गुफा विच 2 पलंग, एक छोटा टकुआ दातन बनाउण वास्ते, एक शंख ਜਿਹੜਾ सत्संग वेले वजाया ਜਾਂਦਾ ਸੀ, एक आले विच पानी ਦਾ ਘੜਾ, एक गिलास पीण वास्ते। आले ਦੇ ਬਾਹਰਵਾਰ ਅਤੇ ਅੰਦਰਵਾਰ ਦੋਹੀਂ ਪਾਸੇ ਬੂਹੇ ਅਤੇ ਤਾਕੀਆਂ ਲੱਗੀਆਂ ਹੋਈਆਂ ਸਨ ਤਾਂ ਜੋ ਪਾਣੀ ਰੱਖਣ ਵਾਲਾ ਬਾਹਰੋਂ ਰੱਖ ਜਾਵੇ ਤੇ ਅੰਦਰੋਂ ਵਰਤਿਆ ਜਾ ਸਕੇ। ਇੱਕ ਪਿੱਤਲ ਦੀ ਵੱਡੀ ਬਾਲਟੀ ਇਸ਼ਨਾਨ ਕਰਨ ਵਾਸਤੇ। ਇੱਕ ਫੋਟੋ ਮਾਂ ਬੱਚੇ ਨੂੰ ਗੋਦ ਵਿੱਚ ਲਈ ਬੈਠੀ ਹੈ ਤੇ ਇੱਕ ਪੌੜੀ ਗੁਫਾ ਵਿੱਚ ਉਤਰਨ ਵਾਸਤੇ। ਇਹੋ ਸਾਰਾ ਸਮਾਨ ਗੁਫਾ ਵਿੱਚ ਸੀ। ਹਜੂਰ ਜੀ ਦਿਆਲੀ ਨੂੰ ਕਹਿ ਕੇ ਖੂਹ ਤੋਂ ਤਾਜ਼ਾ ਪਾਣੀ ਲਈ ਆਏ। ਬਾਬਾ ਜੀ ਦਾ ਹੱਥ ਮੂੰਹ ਧੁਆਇਆ, ਖੱਦਰ ਦਾ ਪਰਨਾ ਹੱਥ ਮੂੰਹ ਸਾਫ਼ ਕਰਨ ਨੂੰ ਦਿੱਤਾ। ਫਿਰ ਹਜੂਰ ਜੀ ਨੇ ਆਪ ਬਾਬਾ ਜੀ ਦੇ ਚਰਨ ਧੋਤੇ ਤੇ ਸਾਫ਼ ਕੀਤੇ। ਇਹਨੇ ਨੂੰ ਬੀਬੀ ਦਿਆਲੀ ਤੇ ਉਸ ਦੀ ਮਾਤਾ ਹੁਕਮੇ ਦੁੱਧ ਲੈ ਕੇ ਆ ਗਈਆਂ। ਉਹਨਾਂ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਦੁੱਧ ਤੇ ਪ੍ਰਸ਼ਾਦ ਸਾਹਮਣੇ ਰੱਖਿਆ। ਬਾਬਾ ਜੀ ਨੇ ਹਜੂਰ ਨੂੰ, ਮਾਤਾ ਹੁਕਮੀ ਅਤੇ ਬੀਬੀ ਦਿਆਲੀ ਨੂੰ ਪ੍ਰਸ਼ਾਦ ਦਿੱਤਾ। ਹਜੂਰ ਜੀ ਨੇ ਦੁੱਧ ਵਿੱਚ ਖੰਡ ਰਲਾ ਕੇ ਬਾਬਾ ਜੀ ਨੂੰ ਦੁੱਧ ਪਿਆਇਆ। ਵਾਧੂ ਦੁੱਧ ਬਾਬਾ ਜੀ ਨੇ ਤਿੰਨਾਂ ਨੂੰ ਵੰਡ ਦਿੱਤਾ। ਬਾਬਾ ਜੀ ਨੇ ਮਾਤਾ ਹੁਕਮੀ ਨੂੰ ਬਾਬਾ ਸੰਤਾ ਸਿੰਘ ਅਤੇ ਸਭ ਸੰਗਤ ਦੀ ਸੁੱਖ ਸਾਂਦ ਪੁੱਛੀ। ਉਸਨੇ ਦੱਸਿਆ ਕਿ ਸਭ ਸੰਗਤ ਰਾਜੀ ਖੁਸ਼ੀ ਹੈ। ਥੋੜੇ ਚਿਰ ਪਿੱਛੋਂ ਬਾਬਾ ਜੀ ਨੇ ਉਹਨਾਂ ਨੂੰ ਜਾਣ ਦਾ ਹੁਕਮ ਦਿੱਤਾ। ਹਜੂਰ ਜੀ ਨੇ ਕਿਹਾ, ਬੀਬੀ ਦਿਆਲੀ ਸੰਗਤ ਨੂੰ ਪਤਾ ਕਰ ਦੇਣਾ ਕਿ ਸਤਿਗੁਰ ਆਏ ਹਨ। ਉਸਨੇ ਸਤਿਵਚਨ ਕਿਹਾ ਤੇ ਮੱਥਾ ਟੇਕ ਕੇ ਦੋਵੇਂ ਘਰ ਨੂੰ ਮੁੜ ਗਈਆਂ। ਰਾਤ ਨੂੰ ਫੁਲਕਾ ਛਕ ਕੇ ਸਤਸੰਗ ਹੋਇਆ। ਬਾਬਾ ਜੀ 1 ਹਫ਼ਤਾ ਰਹੇ ਤੇ ਫਿਰ ਬਲਸਰਾ ਵਾਪਸ ਜਾਣ ਵਾਸਤੇ ਚੱਲ ਪਏ। ਹਜੂਰ ਜੀ ਪੱਟੀ ਤੱਕ ਨਾਲ ਗਏ ਤੇ ਬਾਬਾ ਜੀ ਨੂੰ ਟਾਂਗੇ ਤੇ ਬਿਠਾ ਕੇ ਹੁਕਮ ਨਾਲ ਵਾਪਸ ਮੁੜ ਆਏ। ਸਤੰਬਰ 1892 ਈਸਵੀ ਵਿੱਚ ਜਦੋਂ ਬਾਬਾ ਜੀ ਨੂੰ ਗਿਆ 6 ਮਹੀਨੇ ਹੋ ਗਏ ਸਨ। ਹਜੂਰ ਜੀ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਪਿੰਡ ਬਲਸਰਾ ਗਏ। ਜਾ ਕੇ ਦਰਸ਼ਨ ਕੀਤਾ ਤੇ ਮੱਥਾ ਟੇਕਿਆ। ਹੁਣ ਕੁੱਲੀ ਦੀ ਥਾਂ ਤੇ ਕਮਰਾ ਬਣ ਚੁੱਕਾ ਸੀ। ਹਜੂਰ ਜੀ ਨੇ ਅਰਜ਼ ਕੀਤੀ, ਮਹਾਰਾਜ ਜੀ ਦਇਆ ਕਰਕੇ ਜਦੋਂ ਕਿਤੇ ਸੇਵਾ ਦਾ ਵੇਲਾ ਹੋਵੇ ਤਾਂ ਖਤ ਪਾ ਦਿਆ ਕਰੋ ਤਾਂ ਜੋ ਦਾਸ ਵੀ ਸੇਵਾ ਕਰਕੇ ਆਪਣੇ ਹੱਥਾਂ ਨੂੰ ਪਵਿੱਤਰ ਕਰ ਸਕੇ। ਤਾਂ ਬਾਬਾ ਜੀ ਨੇ ਫਰਮਾਇਆ, ਬੱਗਾ ਸਿੰਘ ਅਜਿਹੀ ਸੇਵਾ ਕਰਨ ਵਾਲੇ ਹੋਰ ਬਹੁਤ ਹਨ। ਤੈਨੂੰ ਮਾਲਕ ਨੇ ਅਨਾਮੀ ਦੇਸ਼ੋਂ ਇੱਟਾਂ ਢੋਣ ਵਾਸਤੇ ਨਹੀਂ ਭੇਜਿਆ। ਤੂੰ ਭਜਨ ਕਰਦਾ ਹੈ ਸੋ ਕਰੀ ਜਾ। ਜਦੋਂ ਤੇਰਾ ਸੇਵਾ ਦਾ ਵੇਲਾ ਆਵੇਗਾ ਤੇਥੋਂ ਵੀ ਸੇਵਾ ਲਈ ਜਾਵੇਗੀ। ਹਜੂਰ ਜੀ ਚੁੱਪ ਹੋ ਗਏ। 2 ਦਿਨ ਪਿੱਛੋਂ ਬਾਬਾ ਜੀ ਨੇ ਹਜੂਰ ਜੀ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ। ਹਜੂਰ ਜੀ ਪਿੰਡ ਲਿੱਦੜ ਮੰਗਲ ਸਿੰਘ ਦੇ ਘਰ ਰਾਤ ਰਹਿ ਕੇ ਅਗਲੇ ਦਿਨ ਚੂਸਲੇਵੜ ਪਹੁੰਚ ਗਏ ਤੇ ਆਪਣੀ ਗੁਫਾ ਵਿੱਚ ਬੈਠ ਕੇ ਫਿਰ ਆਤਮ ਆਨੰਦ ਵਿੱਚ ਮਸਤ ਰਹਿਣ ਲੱਗੇ। ਜਨਵਰੀ 1893 ਈਸਵੀ ਦੇ ਪਹਿਲੇ ਹਫ਼ਤੇ ਹਜੂਰ ਜੀ ਖਤ ਆਉਣ ਤੇ ਕਸੂਰ ਰਾਏਵਿੰਡ ਹੁੰਦੇ ਹੋਏ ਰਿਜ਼ਰਵ ਕੱਟਣ ਵਾਸਤੇ
मुल्तान चले गए। 2 महीने रिजर्व कट के वापस आउंदे होए लाहौर ਅੰਮ੍ਰਿਤਸਰ ਦੇ ਰਸਤੇ ਬਿਆਸ ਸਟੇਸ਼ਨ ਤੋਂ ਉਤਰ ਕੇ ਬਾਬਾ ਜੀ ਦੇ ਜਾ ਦਰਸ਼ਨ ਕੀਤੇ। 1 ਹਫ਼ਤਾ ਉੱਥੇ ਰਹੇ ਅਤੇ ਬਾਬਾ ਜੀ ਦੇ ਹੁਕਮ ਨਾਲ ਹਜੂਰ ਜੀ ਆਪਣੇ ਪਿੰਡ ਆ ਗਏ ਅਤੇ ਸੁਭਾਅ ਅਨੁਸਾਰ ਆਤਮ ਆਨੰਦ ਮਾਣਨ ਲੱਗੇ। ਬਾਬਾ ਜੀ ਨੂੰ ਚੁਸਰੇਵੜ ਆਇਆਂ ਨੂੰ ਸਾਲ ਤੋਂ ਕੁਝ ਦਿਨ ਉੱਪਰ ਹੋ ਗਏ ਸਨ। ਮਾਰਚ 1893 ਈਸਵੀ ਵਿੱਚ ਅਖੀਰਲੇ ਹਫ਼ਤੇ ਇੱਕ ਦਿਨ ਸਤਸੰਗ ਦੇ ਪਿੱਛੋਂ ਸੰਗਤ ਨੇ ਅਰਜ਼ ਕੀਤੀ, ਬਾਬਾ ਜੀ ਨੂੰ ਆਇਆਂ 1 ਸਾਲ ਹੋ ਗਿਆ ਹੈ। ਆਪ ਜੀ ਦਾ ਦਰਸ਼ਨ ਕਰ ਆਉਂਦੇ ਹੋ। ਬਾਬਾ ਜੀ ਨੂੰ ਇੱਥੇ ਲਿਆਓ ਤਾਂ ਕਿ ਸਾਰੀ ਸੰਗਤ ਨੂੰ ਦਰਸ਼ਨ ਹੋ ਜਾਣ। ਹਜੂਰ ਜੀ ਨੇ ਫਰਮਾਇਆ, ਸੰਗਤ ਦਾ ਹੁਕਮ ਸਿਰ ਮੱਥੇ, ਮੈਂ ਭਲਕੇ ਹੀ ਚਲਾ ਜਾਵਾਂਗਾ। ਤਦ ਬਾਬਾ ਸੰਤਾ ਸਿੰਘ ਜੀ ਬੋਲੇ, ਮੈਂ ਤੁਹਾਨੂੰ ਜਾਨੋਂ ਨਹੀਂ ਰੋਕਦਾ, ਪਰ ਕਿਤੇ ਇਹ ਨਾ ਹੋਵੇ ਤੁਸੀਂ ਉੱਧਰ ਜਾਓ ਅਤੇ ਬਾਬਾ ਜੀ ਇੱਥੇ ਆ ਜਾਣ। ਪਿਛਲੇ ਸਾਲ ਵੀ ਤਾਂ ਬਾਬਾ ਜੀ ਨੇ ਆਪ ਹੀ ਆ ਕੇ ਦਰਸ਼ਨ ਦਿੱਤੇ ਸਨ। ਰਾਤ ਮੈਨੂੰ ਬਾਬਾ ਜੀ ਦੇ ਦਰਸ਼ਨ ਹੋਏ ਹਨ। ਗੁਫਾ ਅੱਗੇ ਸਤਸੰਗ ਲੱਗਾ ਹੋਇਆ ਹੈ, ਤੁਸੀਂ ਪਾਠ ਕਰਦੇ ਜੇ ਤੇ ਬਾਬਾ ਜੀ ਅਰਥ ਕਰਦੇ ਹਨ। ਇਸ ਲਈ ਥੋੜੇ ਦਿਨ ਉਡੀਕ ਕਰ ਲਓ। ਜੇ 1 ਹਫ਼ਤਾ ਨਾ ਆਏ ਤਾਂ ਚਲੇ ਜਾਣਾ। ਸੰਗਤ ਨੂੰ ਤੁਹਾਡੇ ਕਰਕੇ ਹੀ ਤਾਂ ਸਤਿਗੁਰ ਮਿਲੇ ਹਨ ਤੇ ਤੁਹਾਡੇ ਵਸੀਲੇ ਨਾਲ ਹੀ ਹੁਣ ਦਰਸ਼ਨ ਹੁੰਦੇ ਹਨ। ਜਦੋਂ 3 ਦਿਨ ਹੋਰ ਲੰਘ ਗਏ ਤਾਂ ਇੱਕ ਦਿਨ 3 ਵਜੇ ਦਾ ਵੇਲਾ ਸੀ। ਹਜੂਰ ਜੀ ਗੁਫਾ ਵਿੱਚ ਬੈਠੇ ਸਨ। ਇੱਕਦਮ ਉੱਠੇ ਤੇ ਬਾਬਾ ਜੀ ਦਾ ਪਲੰਗ ਵਿਛਾਇਆ। ਹਜੂਰ ਜੀ ਗੁਫਾ ਚੋਂ ਬਾਹਰ ਨਿਕਲੇ, ਜੰਦਰਾ ਮਾਰਿਆ ਤੇ ਮਨਿਹਾਲੇ ਵੱਲ ਤੁਰ ਪਏ। ਮਨਿਹਾਲੇ ਨੇੜੇ ਬਾਬਾ ਜੀ ਸਾਹਮਣੇ ਆਉਂਦੇ ਦਿਸੇ। ਚਰਨਾਂ ਤੇ ਮੱਥਾ ਟੇਕਿਆ। ਬਾਬਾ ਜੀ ਨੇ ਸੁਭਾਵਿਕ ਹੀ ਬਚਨ ਕੀਤਾ, ਬੱਗਾ ਸਿੰਘ ਕਿੱਥੇ ਚੱਲਿਆ ਹੈ? ਤਾਂ ਹਜੂਰ ਜੀ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ ਆਪ ਸਭ ਜਾਣਦੇ ਹੋ, ਆਪ ਜੀ ਦੀ ਮੌਜ। ਬਾਬਾ ਜੀ ਹੱਸ ਕੇ ਚੁੱਪ ਕਰ ਗਏ। ਬਾਬਾ ਜੀ ਅਤੇ ਹਜੂਰ ਜੀ ਦੋਵੇਂ ਗੁਫਾ ਵੱਲ ਆਏ। ਗੁਫਾ ਦੇ ਨੇੜੇ ਬਾਬਾ ਸੰਤਾ ਸਿੰਘ ਜੀ ਮਿਲ ਗਏ। ਉਹਨਾਂ ਨੇ ਬਾਬਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਬਾਬਾ ਜੀ ਫੁਲਕਾ ਖਾਣ ਦੇ ਪਿੱਛੋਂ ਜਦੋਂ ਗੁਫਾ ਵਿੱਚ ਆਰਾਮ ਕਰਨ ਲੱਗੇ ਤਾਂ ਬੀਬੀ ਰੁੱਕੀ ਨੂੰ ਕਿਹਾ, ਬੀਬੀ ਜਦੋਂ ਅਸੀਂ ਗੁਫਾ ਵਿੱਚ ਆਉਂਦੇ ਹਾਂ ਤਾਂ ਸ਼ਬਦ ਬੜੇ ਜ਼ੋਰਾਂ ਦੀ ਗੂੰਜਦਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕੰਧਾਂ ਵਿੱਚੋਂ ਵੀ ਸ਼ਬਦ ਦੀ ਗੂੰਜ ਆਉਂਦੀ ਹੈ। ਫਿਰ ਹੱਥ ਦਾ ਇਸ਼ਾਰਾ ਹਜੂਰ ਜੀ ਵੱਲ ਕਰਕੇ ਕਿਹਾ, ਸਵਾਮੀ ਜੀ ਦਾ ਹੁਕਮ ਆਉਂਦਾ ਹੈ ਕਿ ਇਹਨਾਂ ਨੂੰ ਨਾਮਦਾਨ ਵੰਡਣ ਦਾ ਹੁਕਮ ਦਿੱਤਾ ਜਾਵੇ। ਇਹ ਸਤਸੰਗ ਕਰਕੇ ਨਾਮ ਬਖਸ਼ ਕੇ ਜੀਵਾਂ ਦਾ ਕਲਿਆਣ ਕਰੇ। ਫਿਰ ਹਜੂਰ ਵੱਲ ਧਿਆਨ ਕਰਕੇ ਫਰਮਾਇਆ, ਮੇਰੇ ਸਾਹਮਣੇ ਭਜਨ ਵਿੱਚ ਬੈਠ। ਹਜੂਰ ਜੀ ਬਾਬਾ ਜੈਮਲ ਸਿੰਘ ਜੀ ਦੇ ਹੁਕਮ ਨਾਲ ਭਜਨ ਵਿੱਚ ਬੈਠ ਗਏ। ਜਦੋਂ ਹਜੂਰ ਜੀ ਨੂੰ ਬੈਠਿਆਂ 4 ਘੰਟੇ ਗੁਜ਼ਰ ਗਏ ਤੇ ਅਡੋਲ ਬੈਠੇ ਰਹੇ ਤਾਂ ਬਾਬਾ ਜੀ ਨੇ ਸਿਰ ਤੇ ਹੱਥ ਰੱਖਿਆ ਤੇ ਫਰਮਾਇਆ, ਉੱਠ, ਤੂੰ ਭਜਨ ਵਿੱਚ ਪੱਕਾ ਹੈ। ਦੂਜੇ ਦਿਨ ਮੱਸਿਆ ਸੀ। ਮੱਸਿਆ ਦਾ ਸਤਸੰਗ ਸਵੇਰ ਵੇਲੇ ਹੋਇਆ। ਉਸ ਤੋਂ ਅਗਲੇ ਦਿਨ ਬਾਬਾ ਜੀ ਨੇ ਸੰਮਤ ਦਾ ਸਤਸੰਗ ਕੀਤਾ। 5 ਅਪ੍ਰੈਲ 1894 ਈਸਵੀ ਮੁਤਾਬਿਕ 25 ਚੇਤ ਸੰਮਤ 1951 ਬਿਕਰਮੀ ਚੜ੍ਹਿਆ। ਬਾਬਾ ਜੀ ਨੇ ਆਪਣੀ ਪਵਿੱਤਰ ਰਸਨਾ 'ਚੋਂ ਸੁਣਾਇਆ। ਸਤਸੰਗ ਤੋਂ ਪਿੱਛੋਂ ਕੜਾਹ ਪ੍ਰਸ਼ਾਦ ਵੰਡਿਆ ਗਿਆ। ਪ੍ਰਸ਼ਾਦ ਵੰਡ ਚੁੱਕਣ ਤੋਂ ਪਿੱਛੋਂ ਬਾਬਾ ਜੀ ਨੇ ਫਰਮਾਇਆ, ਸਾਰੀ ਸੰਗਤ ਧਿਆਨ ਨਾਲ ਸੁਣ ਲਵੋ। ਸਵਾਮੀ ਜੀ ਦੇ ਹੁਕਮ ਨਾਲ ਅੱਜ ਅਸੀਂ ਬੱਗਾ ਸਿੰਘ ਨੂੰ ਨਾਮ ਦੇ ਭੰਡਾਰੇ ਦਾ ਮਾਲਕ ਬਣਾਉਂਦੇ ਹਾਂ। ਹੁਣ ਇਸ ਨੂੰ ਸਾਡਾ ਹੀ ਰੂਪ ਜਾਣਨਾ। ਜਿਸ ਕਿਸੇ ਨੇ ਨਾਮ ਲੈਣਾ ਹੋਵੇ ਇਸ ਕੋਲੋਂ ਨਾਮ ਲਵੇ। ਇਹ ਹੁਕਮ ਸਾਰੀ ਸੰਗਤ ਵਾਸਤੇ ਹੈ। ਇਹ ਸੁਣ ਕੇ ਸੰਗਤ ਬੜੀ ਖੁਸ਼ ਹੋਈ। ਪਰ ਹਜੂਰ ਗੰਭੀਰ ਹੋ ਕੇ ਉੱਠੇ ਤੇ ਹੱਥ ਜੋੜ ਕੇ ਅਰਜ਼ ਕਰਨ ਲੱਗੇ। ਉਸ ਸਮੇਂ ਬਾਬਾ ਜੀ ਹਜੂਰ ਜੀ ਨੂੰ ਬੋਲਣ ਦਾ ਵਕਤ ਦਿੱਤਿਆਂ ਬਗੈਰ ਉੱਠ ਖਲੋਤੇ। ਸੰਗਤ ਵੀ ਉੱਠ ਗਈ। ਹਜੂਰ ਜੀ ਦੇ ਦਿਲ ਵਿੱਚ ਹੀ ਰਹਿ ਗਈ। ਉਸੇ ਦਿਨ ਦੁਪਹਿਰ ਨੂੰ ਜਦੋਂ ਹਜੂਰ ਜੀ ਬਾਹਰੋਂ ਜੰਗਲਬਾਨੀ ਹੋ ਕੇ ਮੁੜੇ ਆਉਂਦੇ ਸਨ ਤਾਂ ਬੀਬੀ ਰਾਮੀ ਅਤੇ ਬੀਬੀ ਨੰਦੀ ਪਿੰਡ ਧਾਰੀਵਾਲ ਸਾਹਮਣਿਓਂ ਆਉਂਦੀਆਂ ਮਿਲੀਆਂ। ਉਹਨਾਂ ਹਜੂਰ ਜੀ ਨੂੰ ਵਧਾਈ ਦਿੱਤੀ ਅਤੇ ਕਿਹਾ, ਬਾਬਾ ਜੀ ਨੇ ਨਾਮ ਦੇਣ ਦਾ ਹੁਕਮਨਾਮਾ ਲਿਖ ਕੇ ਤੁਹਾਡੇ ਵਾਸਤੇ ਰੱਖਿਆ ਹੋਇਆ ਹੈ। ਹਜੂਰ ਜੀ ਚੁੱਪਚਾਪ ਅਗਾਂਹ ਆ ਗਏ। ਜਦੋਂ ਬਾਬਾ ਜੀ ਦੇ ਪਾਸ ਪੁੱਜੇ ਉਸ ਵੇਲੇ
ਬਾਬਾ ਜੀ ਬਰਾਂਡੇ ਵਿੱਚ ਪਲੰਗ ਤੇ ਬੈਠੇ ਹੋਏ ਸਨ ਅਤੇ ਸਾਹਮਣੇ ਬੀਬੀ ਰੁੱਕੀ ਅਤੇ ਥੋੜੀ ਸੰਗਤ ਬੈਠੀ ਸੀ। ਹਜੂਰ ਜੀ ਮੱਥਾ ਟੇਕ ਕੇ ਬੈਠ ਗਏ। ਬਾਬਾ ਜੀ ਨੇ ਫਰਮਾਇਆ, ਅਸੀਂ ਜਾਣਦੇ ਸਾਂ ਜੋ ਤੂੰ ਅਰਜ਼ ਕਰਨ ਲੱਗਾ ਸੀ, ਪਰ ਸਿੱਖ ਦਾ ਧਰਮ ਹੁਕਮ ਮੰਨਣਾ ਹੈ, ਗੁਰਮੁਖ ਦਾ ਕੰਮ ਗੁਰੂ ਦੀ ਆਗਿਆ ਵਰਤਣਾ ਹੈ, ਸੋ ਇਹ ਹੁਕਮ ਮੰਨਣਾ ਹੀ ਪਵੇਗਾ। ਇਹ ਕਹਿ ਕੇ ਇੱਕ ਕਾਗਜ਼ ਬਾਬਾ ਜੀ ਨੇ ਹਜੂਰ ਜੀ ਨੂੰ ਫੜਾਇਆ ਅਤੇ ਫਰਮਾਇਆ, ਇਹ ਹੁਕਮਨਾਮਾ ਹੈ ਕਿ ਅੱਜ ਅਸੀਂ ਬੱਗਾ ਸਿੰਘ ਨੂੰ ਸੰਗਤ ਦੇ ਸਾਹਮਣੇ ਸਵਾਮੀ ਜੀ ਦੇ ਹੁਕਮ ਨਾਲ ਨਾਮ ਦੇ ਭੰਡਾਰੇ ਦਾ ਮਾਲਕ ਬਣਾਉਂਦੇ ਹਾਂ ਅਤੇ ਇਹਨੂੰ ਨਾਮ ਦੀ ਦਾਤ ਵੰਡਣ ਦਾ ਹੁਕਮ ਦਿੰਦੇ ਹਾਂ। ਥੱਲੇ ਬਾਬਾ ਜੀ ਦੇ ਦਸਤਖਤ ਗੁਰਮੁਖੀ ਵਿੱਚ ਅਤੇ 25 ਚੇਤ ਸੰਮਤ 1951 ਬਿਕਰਮੀ ਲਿਖਿਆ ਸੀ। ਹਜੂਰ ਜੀ ਨੇ ਕਾਗਜ਼ ਫੜਿਆ, ਪੜ੍ਹਿਆ ਤਾਂ ਟਪ ਟਪ ਅਥਰੂ ਡਿੱਗਣ ਲੱਗੇ, ਪਰ ਮੂੰਹੋਂ ਕੁਝ ਨਾ ਬੋਲੇ। ਤਾਂ ਬਾਬਾ ਜੀ ਨੇ ਫਰਮਾਇਆ, ਕੀ ਗੱਲ ਹੈ, ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਹੈ ਜੋ ਤੂੰ ਰੋਣ ਲੱਗ ਪਿਆ ਏ? ਹਜੂਰ ਜੀ ਨੇ ਅਰਜ਼ ਕੀਤੀ, ਮੈਂ ਬੜਾ ਸੁਖੀ ਸਾਂ ਤੇ ਆਤਮ ਰਸ ਵਿੱਚ ਮਸਤ ਰਹਿੰਦਾ ਸਾਂ। ਹੁਣ ਮੈਨੂੰ ਜਗਤ ਵਿੱਚ ਪਰਵਰਤ ਹੋਣਾ ਪਵੇਗਾ। ਬਾਬਾ ਜੀ ਨੇ ਫਰਮਾਇਆ, ਤੈਨੂੰ ਅਨਾਮੀ ਪੁਰਸ਼ ਨੇ ਭੇਜਿਆ ਹੀ ਇਸ ਵਾਸਤੇ ਹੈ, ਇਹ ਕੰਮ ਕਰਨਾ ਹੀ ਪਵੇਗਾ। ਹੁਕਮ ਅਦੁੱਲੀ ਗੁਰਮੁਖ ਦਾ ਕੰਮ ਨਹੀਂ। ਤਾਂ ਹਜੂਰ ਜੀ ਨੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਹੁਕਮ ਸਵੀਕਾਰ ਕੀਤਾ।